ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਵਾਹਿਗੁਰੂ ਧੰਨ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਧੰਨ 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 ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਣਿਆ ਮਨ ਕਾ ਹੈ ਸੁਆਓ ਜਨ ਕੈ ਸੰਗ ਚਿਤ ਆਵੈ ਨਾਓ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਹੈ ਤਿਹਾ ਹਉ ਕਰੀ ਵਖਿਆਨ ਜੁਗੋ ਜੁਗਾ ਟਲ ਚਵਰ ਛਤਰ ਤਖਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਸਦਕਾ सचखंड वासी ब्रह्म ज्ञानी महापुरुष संत बाबा करतार सिंह जी महाराज
ਭੈਰੋ ਮਾਜਰੇ ਵਾਲੇ ਉਹਨਾਂ ਦੇ ਦਰੋਂ ਘਰੋਂ ਵਰੋਸਾਏ ਹੋਏ ਸਤਿਕਾਰਯੋਗ ਸੰਤ ਬਾਬਾ ਕੁਲਜੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਉਹਨਾਂ ਦੇ ਉਦਮ ਉਪਰਾਲੇ ਸਦਕਾ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਹੀ ਮਹਾਂਪੁਰਖਾਂ ਦੀ ਨਿੱਘੀ ਮਿੱਠੀ ਯਾਦ ਵਿੱਚ ਸਾਲਾਨਾ ਗੁਰਮਤਿ ਸਮਾਗਮ ਜੋ ਕੱਲ ਰੋਜ਼ ਤੋਂ ਲੈ ਕਰਕੇ ਪ੍ਰਾਰੰਭ ਹੋਏ ਨੇ, ਅੱਜ ਦੂਸਰੇ ਦਿਨ ਦੇ ਦੀਵਾਨ ਦੀ ਪ੍ਰਾਰੰਭਤਾ ਹੋਈ ਹੈ। ਆਰੰਭਤਾ ਗੁਰਬਾਣੀ ਦੇ ਕੀਰਤਨ ਤੋਂ। ਕਲ ਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਔਰ ਜਿੱਥੇ ਮਹਾਂਪੁਰਖਾਂ ਦੀ ਯਾਦ ਵਿੱਚ ਸਮਾਗਮ ਨੇ, ਉੱਥੇ ਨਾਲ ਨਾਲ ਸਤਿਗੁਰੂ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੇ 552ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਵੀ ਸਮਾਗਮ ਹੋ ਰਹੇ ਨੇ। ਆਓ ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਵਿੱਚ ਜਾਂ ਜਿੱਥੋਂ ਤੱਕ ਵੀ ਦਾਸ ਦੀ ਆਵਾਜ਼ ਜਾਂਦੀ ਹੈ, ਮਨੋਬਿਰਤੀਆਂ ਨੂੰ ਕਾਗਰ ਸਹਿਤ ਕਰਦਿਆਂ ਹੋਇਆਂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਦੁਹਰਾਓ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੇ ਅਸੀਸ ਦਿਓ, ਸਤਿਗੁਰ ਕਿਰਪਾ ਕਰਨ। ਹਿਰਦੇ ਰਸਨਾ ਵਿੱਚ ਵਸ ਕਰਕੇ ਆਪ ਹੀ ਸ਼ਬਦ ਦੀ ਵਿਚਾਰ ਕਰਵਾ ਲੈਣ। ਆਓ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੰਸਾਰ ਤੇ ਆਉਣ ਤੋਂ ਪਹਿਲਾਂ ਹਿੰਦੁਸਤਾਨ ਦਾ ਕੈਸਾ ਹਾਲ ਸੀ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਬਖਸ਼ਿਸ਼ ਕੀਤੀ ਹੈ, ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਵੱਡੀ ਲੈ ਕੇ ਹੱਕ ਗਵਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਇੱਕ ਸ਼ਬਦ ਗੁਰਬਾਣੀ ਦੇ ਅੰਦਰ ਸਤਿਗੁਰ ਬਖਸ਼ਿਸ਼ ਕਰਦੇ ਨੇ ਕਿ ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ। ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ। ਧਰਮ ਨਾਂ ਦੀ ਕੋਈ ਚੀਜ਼ ਹਿੰਦੁਸਤਾਨ ਤੇ ਨਹੀਂ ਸੀ ਨਜ਼ਰੀ ਆਉਂਦੀ। ਹਿੰਦੁਸਤਾਨ ਦੀ ਜਿਹੜੀ ਸੰਸਕ੍ਰਿਤੀ ਹੈ ਨਾ, ਉਹਦੀ ਸੰਸਕ੍ਰਿਤੀ ਵਿੱਚ 2 ਮਹੀਨੇ 2 ਮਾਸ ਜਿਹੜੇ ਨੇ 2 ਮਹੀਨੇ ਨੇ, ਉਹ ਬੜੇ ਸ਼ੁਭ ਮੰਨੇ ਹੋਏ ਨੇ। ਜਿਹਦੇ ਵਿੱਚ ਪਹਿਲਾ ਮਹੀਨਾ ਕੱਤਕ ਦਾ ਔਰ ਦੂਸਰਾ ਹੈ ਪੋਹ ਦਾ। ਹੁਣ ਉਹਨਾਂ ਲੋਕਾਂ ਦਾ ਮੰਨਣਾ ਹੈ ਵੀ ਜਿਹੜੇ ਬੱਚੇ ਇਹਨਾਂ ਮਹੀਨਿਆਂ ਵਿੱਚ ਪੈਦਾ ਹੁੰਦੇ ਨੇ ਉਹ ਸੰਸਾਰ ਦੇ ਅੰਦਰ ਅਸ਼ੁਭ ਜਾਣੇ ਜਾਂਦੇ ਨੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕੱਤਕ 'ਚ ਹੋਇਆ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪੋਹ ਦੇ ਮਹੀਨੇ ਵਿੱਚ ਹੋਇਆ। ਇਸ ਕਰਕੇ ਹੋਇਆ ਵੀ ਉਹਨਾਂ ਲੋਕਾਂ ਦੀ ਜਿਹੜੀ ਧਾਰਨਾ ਸੀ, ਜਿਹੜੀ ਸੋਚ ਸੀ, ਉਹਨੂੰ ਬਦਲਿਆ ਜਾ ਸਕੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਬਖਸ਼ਿਸ਼ ਕੀਤੀ, ਕਲ ਕਾਤੇ ਰਾਜੇ ਕਸਾਈ। ਰਾਜੇ ਕਸਾਈ ਬਣੇ ਹੋਏ ਸਨ।
ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦਾ ਆਉਣਾ ਹਿੰਦੁਸਤਾਨ ਦੀ ਧਰਤੀ ਤੇ ਹੁੰਦਾ ਹੈ, ਭਾਰਤ ਵਰਸ਼ ਵਿੱਚ, ਉਹਨਾਂ ਸਮਿਆਂ ਵਿੱਚ ਹਿੰਦੁਸਤਾਨ ਤੇ ਸਿਕੰਦਰ ਬਹਿਲੋਲ ਖਾਲੋਦੀ ਦਾ ਰਾਜ ਸੀ, ਜਿਹਨੂੰ ਦਿੱਲੀ ਸਲਤਨਤ ਦਾ ਰਾਜ ਵੀ ਕਿਹਾ ਜਾਂਦਾ ਸੀ। ਹੁਣ ਉਹ ਜਿਹੜਾ ਸਿਕੰਦਰ ਲੋਧੀ ਬਾਦਸ਼ਾਹ ਸੀ ਹਿੰਦੁਸਤਾਨ ਦਾ, ਉਹ ਬੜਾ ਕਰਪਟ ਸੀ। ਜਿਨ੍ਹਾਂ ਨੇ ਹਿਸਟਰੀ ਆਫ ਪੰਜਾਬ ਪੜ੍ਹੀ ਹੋਵੇਗੀ ਉਹਨਾਂ ਨੂੰ ਪਤਾ ਹੋਵੇਗਾ, ਸਾਰੇ ਹਵਾਲੇ ਉਹਦੇ ਵਿੱਚ ਦਿੱਤੇ ਹੋਏ ਨੇ। ਮੈਕਾਲਫ ਲਿਖਦਾ ਹੈ, ਉਹਨੇ ਹਿੰਦੂਆਂ ਦੇ ਉੱਪਰ ਜਜ਼ੀਆ ਲਾਇਆ ਹੋਇਆ ਸੀ, ਡਨ ਟੈਕਸ। 67 ਤੀਰਥ ਨੇ ਹਿੰਦੁਸਤਾਨ ਵਿੱਚ ਹਿੰਦੂ ਧਰਮ ਦੇ, ਸਨਾਤਨ ਮਤ ਦੇ। ਉਹਨਾਂ 67-68 ਤੀਰਥਾਂ ਦੀ ਯਾਤਰਾ ਕਰਨ ਵਾਸਤੇ ਜੇ ਕੋਈ ਜਾਂਦਾ ਸੀ, ਉਹਨੂੰ ਟੈਕਸ ਭਰਨਾ ਪੈਂਦਾ ਸੀ, ਜਿਹਨੂੰ ਜਜ਼ੀਆ ਕਿਹਾ ਜਾਂਦਾ ਸੀ ਉਸ ਸਮੇਂ ਦੇ ਅੰਦਰ। ਦੂਸਰੀ ਪਾਬੰਦੀ ਇਹ ਲਾਈ ਸੀ ਵੀ ਘਰ ਵਿੱਚ ਚੰਗਾ ਪਦਾਰਥ ਨਹੀਂ ਬਣਾ ਕੇ ਖਾ ਸਕਦੇ, ਕੇਵਲ ਮੂੰਗੀ ਦੀ ਦਾਲ ਖਾ ਸਕਦੇ ਨੇ। ਤੀਸਰੀ ਪਾਬੰਦੀ ਇਹ ਲਾਈ ਹੋਈ ਸੀ ਵੀ ਆਪਣੀ ਦਾੜੀ, ਆਪਣੇ ਵਾਲ ਨਹੀਂ ਕਟਵਾ ਸਕਦੇ। ਚੰਗਾ ਘਰ ਵਿੱਚ ਪ੍ਰੋਗਰਾਮ ਨਹੀਂ ਵਿਆਹ ਸ਼ਾਦੀ ਦਾ ਰੱਖ ਸਕਦੇ। ਔਰ ਅਖੀਰ ਉਹਨੇ ਉਦੋਂ ਕਰ ਦਿੱਤੀ ਜਦੋਂ ਮਥੁਰਾ ਦੇ ਅੰਦਰ ਭਗਵਾਨ ਕ੍ਰਿਸ਼ਨ ਦੇ ਮੰਦਰਾਂ ਦੀਆਂ ਮੂਰਤੀਆਂ ਕੱਢ ਕੇ ਮੁਸਲਮਾਨ ਕਸਾਈਆਂ ਨੂੰ ਦੇ ਦਿੱਤੀਆਂ ਗਈਆਂ ਵੀ ਅੱਜ ਤੋਂ ਬਾਅਦ ਤੱਕੜੀਆਂ 'ਚ ਵੱਟੇ ਪਾ ਕੇ ਮਾਸ ਨਹੀਂ ਤੋਲਣਾ, ਅੱਜ ਤੋਂ ਬਾਅਦ ਤੁਸੀਂ ਇਸ ਮੂਰਤੀਆਂ ਦੇ ਬਰਾਬਰ ਦਾ ਮਾਸ ਤੋਲਣਾ। ਇੰਨੀ ਵੱਡੀ ਬੇਹੁਰਮਤੀ ਉਹਨੇ ਕੀਤੀ ਹੋਈ ਸੀ। ਇੱਥੋਂ ਤੱਕ ਕਿ ਭਗਤ ਕਬੀਰ ਵਰਗਿਆਂ ਨੂੰ ਉਹਨੇ ਭੁੱਖੇ ਸ਼ੇਰ ਅੱਗੇ ਸੁੱਟਿਆ, ਹਾਥੀ ਅੱਗੇ ਸੁੱਟਿਆ। ਫਿਰ ਤੀਸਰੀ ਵਾਰ ਉਹਨੇ ਸੰਗਲਾਂ ਦੇ ਵਿੱਚ ਬੰਨ੍ਹ ਕੇ, ਜੰਜੀਰਾਂ 'ਚ ਬੰਨ੍ਹ ਕੇ ਗੰਗਾ ਨਦੀ ਵਿੱਚ ਸੁੱਟ ਦਿੱਤਾ। ਜਿੱਥੇ ਭਗਤ ਜੀ ਦਾ ਫਰਮਾਨ ਆਉਂਦਾ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਤਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਨਾ, ਧਰਮ ਪੰਖ ਕਰ ਉੱਡ ਰਿਹਾ, ਖੰਭ ਲਾ ਕੇ ਉੱਡ ਗਿਆ। 4 ਪੈਰ ਨੇ ਧਰਮ ਦੇ ਤੇ 3 ਖਤਮ ਹੋ ਗਏ, ਕੇਵਲ 1 ਪੈਰ ਰਹਿ ਗਿਆ, ਤੇ 1 ਧਰਮ ਦੇ ਪੈਰ ਤੇ ਧਰਤੀ ਖਲੋਤੀ ਡੋਲਣ ਲੱਗ ਪਈ। ਕਵੀ ਰਾਜ ਕਵੀ ਸੰਤੋਖ ਸਿੰਘ ਚੂੜਾਮਣੀ, ਜਿਨ੍ਹਾਂ ਨੇ ਸਾਡੇ ਸਿੱਖ ਪੰਥ ਦਾ ਮਹਾਨ ਗ੍ਰੰਥ ਨਾਨਕ ਪ੍ਰਕਾਸ਼ ਔਰ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ, ਉਹ ਆਪਣੀ ਕਾਵ ਰਚਨਾ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਆਉਣਾ ਲਿਖਦੇ ਨੇ। ਉਹ ਕਹਿੰਦੇ ਧਰਤੀ ਇੰਨਾ ਜ਼ਿਆਦਾ ਡੋਲ ਗਈ, ਇੰਨੀ ਕੰਬ ਗਈ ਵੀ ਧਰਤੀ ਨੇ ਜਾ ਕੇ ਨਿਰੰਕਾਰ ਦੇ ਕੋਲ ਜਾ ਕੇ ਪੁਕਾਰ ਕੀਤੀ, ਇਹ ਨਿਰੰਕਾਰ ਕਿਰਪਾ ਕਰੋ, ਹੁਣ ਤੁਸੀਂ ਧਰਤੀ ਤੇ ਆਵੋ, ਹੁਣ ਮੇਰੀ ਕੋਈ ਵਾਹ ਪੇਸ਼ ਨਹੀਂ ਜਾਂਦੀ। ਇੰਨਾ ਪਾਪ ਗਰਾਸੀ ਪ੍ਰਿਥਵੀ, ਹੁਣ ਪਾਪਾਂ ਦਾ ਭਾਰ ਮੇਰੇ ਕੋਲੋਂ ਚੁੱਕਿਆ ਨਹੀਂ ਜਾਂਦਾ। ਅਕਾਲ ਪੁਰਖ ਨੇ ਕਿਹਾ ਵੀ ਧਰਤੀ ਕੋਈ ਅਵਤਾਰ ਮੈਂ ਭੇਜ ਦਿੰਦਾ, ਕੋਈ ਸ਼ਕਤੀ ਭੇਜ ਦਿੰਦਾ ਸੰਸਾਰ ਤੇ। ਪਹਿਲਾਂ ਵੀ ਕਈ ਸ਼ਕਤੀਆਂ ਦੇ ਮਾਲਕ ਸੰਸਾਰ ਤੇ ਪਰਮਾਤਮਾ ਦਾ ਨਾਮ ਜਪਾਉਣ ਆਉਂਦੇ ਰਹੇ ਨੇ। ਧਰਤੀ ਕਹਿੰਦੀ ਵੀ ਨਹੀਂ ਨਿਰੰਕਾਰ, ਹੁਣ ਤੁਹਾਨੂੰ ਆਪ ਆਪਣਾ ਸਵਰੂਪ, ਖਾਸ ਸਵਰੂਪ ਲੈ ਕੇ ਸੰਸਾਰ ਤੇ ਆਉਣਾ ਪੈਣਾ ਹੈ। ਤੇ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਏ ਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਦਾਦਕਾ ਪਿੰਡ ਹੈ ਨਾ, ਉਹ ਅੱਜ ਕੱਲ੍ਹ ਜ਼ਿਲ੍ਹਾ ਤਰਨ ਤਾਰਨ, ਚੋਲਾ ਸਾਹਿਬ ਇੱਕ ਛੋਟਾ ਜਿਹਾ ਕਸਬਾ, ਉਹਦੇ ਨਾਲ ਹੀ ਪਿੰਡ ਹੈ ਲੋਹਾਰ। ਪਹਿਲਾ ਨਾਮ ਉਹਦਾ ਪੱਠੇ ਵਿੱਢ ਸੀ ਪਿੰਡ ਦਾ।
ਉੱਥੇ ਮਹਿਤਾ ਕਲਿਆਣ ਚੰਦ ਜੀ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਨੇ। ਸਤਿਗੁਰਾਂ ਦੇ ਸਤਿਕਾਰਯੋਗ ਪਿਤਾ ਜੀ ਨੌਕਰੀ ਕਰਨ ਵਾਸਤੇ ਉਹ ਰਾਏ ਭੋਏ ਦੀ ਤਲਵੰਡੀ ਜਾਂਦੇ ਨੇ। ਸ਼ੇਖੂਪੁਰੇ ਦੇ ਨੇੜੇ ਸ਼ਰਕਪੁਰਾ, ਉਹਦੇ ਨਾਲ ਰਾਏ ਭੋਏ ਦੀ ਤਲਵੰਡੀ ਹੈ। ਉਸ ਰਾਏ ਭੋਏ ਦੀ ਤਲਵੰਡੀ ਦੇ 57 ਪਿੰਡਾਂ ਦਾ ਮਾਲਕ ਪਹਿਲਾਂ ਰਾਏ ਭੋਏ ਸੀ, ਫਿਰ ਉਹਦੇ ਤੋਂ ਬਾਅਦ ਉਹਦਾ ਪੁੱਤਰ ਰਾਏ ਬੁਲਾਖਾਂ ਪੱਟੀ ਬਣਿਆ ਹੈ। ਉੱਥੇ ਨੌਕਰੀ ਕਰਦੇ ਨੇ ਮਹਿਤਾ ਕਲਿਆਣ ਚੰਦ ਜੀ ਪਟਵਾਰੀ ਦੀ, ਤੇ ਪਟਵਾਰੀ ਦੀ ਕਾਰ ਕਰਦਿਆਂ ਸਾਰਾ ਪਰਿਵਾਰ ਹੀ ਇੱਥੋਂ ਕੂਚ ਕਰਕੇ ਤੇ ਉੱਥੇ ਰਾਏ ਭੋਏ ਦੀ ਤਲਵੰਡੀ ਵਿੱਚ ਰਹਿੰਦਾ ਹੈ। ਭਾਈ ਸੰਤੋਖ ਸਿੰਘ ਚੂੜਾਮਣੀ ਲਿਖਦੇ ਨੇ ਕਿ ਮਹਿਤਾ ਕਲਿਆਣ ਚੰਦ ਔਰ ਮਾਤਾ ਤ੍ਰਿਪਤਾ ਦੀ 7 ਜਨਮਾਂ ਦੀ ਭਗਤੀ ਹੈ। 7 ਜਨਮ ਪਰਮਾਤਮਾ ਦਾ ਨਾਮ ਜਪਦੇ ਰਹੇ ਨੇ ਵੀ ਘਰ ਵਿੱਚ ਕੋਈ ਐਸਾ ਆਗੰਮੀ ਬਾਲਕ ਪੈਦਾ ਹੋਵੇ। ਆਖੀਰ ਅਕਾਲ ਪੁਰਖ ਨੇ ਮਹਿਤਾ ਕਲਿਆਣ ਚੰਦ ਦੇ ਪਰਿਵਾਰ ਤੇ ਕਿਰਪਾ ਕੀਤੀ ਹੈ ਤੇ ਘਰ ਵਿੱਚ ਬਾਲਕ ਹੋਣ ਵਾਲਾ ਹੈ। ਉਸੇ ਨਗਰ ਦੀ ਇੱਕ ਬੀਬੀ ਹੈ ਦਾਈ ਦੌਲਤਾਂ, ਮੁਸਲਮਾਨ ਔਰਤ ਹੈ ਤੇ ਬੱਚਿਆਂ ਦਾ ਪਰਸੂਤਾ ਜਨਮ ਕਰਾਉਂਦੀ ਹੈ। ਤੁਹਾਨੂੰ ਪਤਾ ਹੀ ਹੈ ਅੱਜ ਤੋਂ ਤਕਰੀਬਨ 15-20 ਸਾਲ ਪਹਿਲਾਂ ਸਾਡੇ ਸਮਾਜ ਦੇ ਅੰਦਰ ਐਸੀਆਂ ਔਰਤਾਂ ਦਾ ਬੜਾ ਦਰਜਾ ਸੀ ਜੋ ਬੱਚਿਆਂ ਦਾ ਜਨਮ ਕਰਾਇਆ ਕਰਦੀਆਂ ਸਨ। ਅੱਜ ਕੱਲ ਮੈਡੀਕਲ ਦਾ ਪ੍ਰਭਾਵ ਵਧਣ ਕਰਕੇ ਸਾਰੇ ਪਰਿਵਾਰ ਹੀ ਉਧਰ ਨੂੰ ਜਾਂਦੇ ਨੇ, ਪਰ ਉਹ ਜਿਹੜੀ ਦੌਲਤਾਂ ਦਾਈ ਸੀ ਨਾ, ਉਹ ਰੋਜ਼ਾਨਾ ਹੀ 1-2 ਦਿਨ ਛੱਡ ਕੇ ਨਿਯਮ ਦੇ ਵਿੱਚ ਉਹਨੇ ਆਉਣਾ, ਮਾਤਾ ਤ੍ਰਿਪਤਾ ਜੀ ਨੂੰ ਵੇਖਣਾ, ਉਹਨਾਂ ਦੀਆਂ ਲੱਤਾਂ ਬਾਹਾਂ ਪੈਰ ਸਰੀਰ ਨੂੰ ਦਬਾਉਣਾ, ਕਿਉਂਕਿ ਅਕਸਰ ਬੱਚੇ ਨੂੰ ਜਨਮ ਦੇਣਾ ਹੈ ਤੇ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਉਹਦਾ ਆਪਣਾ ਵੀ ਇੱਕ ਨਵਾਂ ਜਨਮ ਹੁੰਦਾ ਹੈ। ਡਾਕਟਰਾਂ ਨੇ ਦੱਸਿਆ ਵੀ 1000 ਡੈਲ ਦਾ ਸ਼ਾਟ ਲੱਗਦਾ ਹੈ ਔਰਤ ਨੂੰ ਜਦੋਂ ਬੱਚੇ ਨੂੰ ਜਨਮ ਦਿੰਦੀ ਹੈ। ਹੁਣ ਮਾਤਾ ਜੀ ਦੀ ਸੇਵਾ ਵਾਸਤੇ ਦਾਈ ਦੌਲਤਾਂ ਆਉਂਦੀ ਹੈ ਤੇ ਕਦੇ ਕਦੇ ਘਰ ਵਿੱਚ ਪਟਵਾਰੀ ਜੀ ਮਿਲ ਜਾਂਦੇ ਨੇ ਮਹਿਤਾ ਕਲਿਆਣ ਚੰਦ ਤੇ ਕਹਿੰਦੀ ਹੈ ਪਟਵਾਰੀ ਜੀ, ਜੇ ਤੁਹਾਡੇ ਘਰ ਪਰਮਾਤਮਾ ਨੇ ਖੁਸ਼ੀ ਦਿੱਤੀ, ਭਾਵ ਕਿ ਪੁੱਤਰ ਦਿੱਤਾ, ਤੇ ਮੈਨੂੰ ਨਾ ਅੱਗੇ ਸਿਆਲ ਆਉਣ ਵਾਲਾ ਹੈ ਤੇ ਮੈਨੂੰ ਕੁਝ ਰੂੰ ਦੇ ਦਿਆ ਜੇ, ਮੇਰੇ ਬਿਸਤਰੇ ਖਰਾਬ ਹੋ ਗਏ ਨੇ, ਘਰੇ ਬਿਸਤਰੇ ਬਣਾ ਲਵਾਂਗੀ, ਪੁੱਤ ਪੋਤਿਆਂ ਦਾ ਸਿਆਲ ਚੰਗਾ ਲੰਘ ਜਾ। ਸੰਦਲ ਦੇਸ਼ ਕਿਹਾ ਜਾਂਦਾ ਹੈ ਜਿੱਥੇ ਰਾਏ ਭੋਏ ਦੀ ਤਲਵੰਡੀ ਆਉਂਦੀ, ਜਿਹਨੂੰ ਬਾਰ ਦਾ ਦੇਸ਼ ਵੀ ਕਹਿੰਦੇ, ਬਾਰ ਦਾ ਇਲਾਕਾ, ਜਿਹਨੂੰ ਲੈਲਪੁਰ ਦੀ ਬਾਰ ਵੀ ਸੱਦਿਆ ਜਾਂਦਾ ਸੀ। ਜਦੋਂ ਹਿੰਦੁਸਤਾਨ ਤੇ ਅੰਗਰੇਜ਼ ਦਾ ਰਾਜ ਸੀ, ਜਿਹੜਾ ਕੋਈ ਬੰਦਾ ਉਸ ਸਮੇਂ ਆਜ਼ਾਦੀ ਘੁਲਾਟੀਆਂ ਨੂੰ, ਆਜ਼ਾਦੀ ਦੀ ਜੰਗ ਲੜਨ ਵਾਲਿਆਂ ਦੀ ਮੁਖਬਰੀ ਦਿੰਦਾ ਜਾਂ ਫੜਾਉਂਦਾ, ਅੰਗਰੇਜ਼ ਉਹਨੂੰ ਲੈਲਪੁਰ ਦੀ ਬਾਰ ਵਿੱਚ ਮਰੱਬਾ ਦਿਆ ਕਰਦੇ ਸੀ। ਇਹਨਾਂ ਜਰਖੇਜ ਉਹ ਇਲਾਕਾ ਸੀ, ਉੱਥੋਂ ਤਕਰੀਬਨ 40 ਕਿਲੋਮੀਟਰ ਤੇ ਨਨਕਾਣਾ ਸਾਹਿਬ ਹੈ ਲੈਲਪੁਰ ਤੋਂ। ਅੱਜ ਕੱਲ ਉਹਦਾ ਨਾਮ ਫੈਸਲਾਬਾਦ ਰੱਖਿਆ ਪਾਕਿਸਤਾਨ ਦੀ ਸਰਕਾਰ ਨੇ। ਉਸ ਜਰਖੇਜ ਧਰਤੀ ਤੇ ਗੁਰੂ ਨਾਨਕ ਸਾਹਿਬ ਦਾ ਆਉਣਾ ਹੋਣਾ ਹੈ ਤੇ ਭਾਈ ਸੰਤੋਖ ਸਿੰਘ ਚੂੜਾਮਣੀ ਲਿਖਦੇ ਨੇ ਵੀ ਬੜਾ ਹੀ ਸੁੰਦਰ ਉਸ ਇਲਾਕੇ ਦਾ ਮਨਮੋਹਕ ਦ੍ਰਿਸ਼, ਇੱਕ ਪਾਸੇ ਰਾਵੀ ਵਗਦੀ ਹੈ
तेरे रावी दरिया मनमोहक तरंगा छड्डदा है ते बड़ा ही सुहावना मौसम राय भोई दी तलवंडी दा बन रहा है ते दाई दौलत आउंदी है ते कहंदी है पटवारी जी रूह दे दिया जे कदे कह देंदी भी जे खुशी दिती ते दाने दे दिया जे कणक फिर कहंदी कुछ माया दे दिया जे समा चंगा लंघ जाएगा क्योंकि अक्सर ही ਜਿਹੜੇ ਇਹੋ ਜਿਹੇ ਕੰਮਕਾਰ ਕਰਦੇ ਨੇ ਉਹਨਾਂ ਨੂੰ ਆਸ ਹੁੰਦੀ ਵੱਡਿਆਂ ਤੇ ਜਦੋਂ ਕਿਸੇ ਵੱਡੇ ਨੇ ਘਰੋਂ ਕੰਮਕਾਰ ਕਰਦੇ ਨੇ ਨੌਕਰੀ ਚਾਕਰੀ ਕਰਦੇ ਨੇ ਉਹਨਾਂ ਨੂੰ ਆਸ ਹੁੰਦੀ ਵੀ ਜਦੋਂ ਇਹਨਾਂ ਘਰ ਖੁਸ਼ੀ ਆਵੇਗੀ ਤੇ ਇਹ ਸਾਡਾ ਮਾਨ ਸਨਮਾਨ ਜ਼ਰੂਰ ਕਰਨਗੇ ਕਿਉਂਕਿ ਮਹਿਤਾ ਕਲਿਆਣ ਚੰਦ ਕੋਈ ਆਮ ਵਿਅਕਤੀ ਨਹੀਂ ਸੀ पटवारी ते एक पिंड का नहीं मान हुंदा वो 57 पिंडां दे पटवारी सी इन्नी वड्डी उन्हां कोल जिम्मेवारी राय बुलार खां भट्टी जी ने दिती हुई सी और उन्हां दे राज विच बड़ा मान सत्कार मਹਿਤਾ कल्याण चंद दा सी हुण वो दिन आ गया है जिस दिन सतगुरु गुरु नानक देव महाराज ने संसार विच आउणा है पूर्णमासी कत्तक सुदी 1526 बिक्रमी संमत 1469 ईस्वी सन है पूर्णमासी जिवें हुण 19 तरीक नूं सतगुरां दा प्रकाश दिहाड़ा आ रहा है ते 18 तरीक 12 बजे आरंभ हो जाना है सतगुरां दा प्रकाश क्योंकि उदों तो पूर्णमासी शुरू हो जानी है 18 तरीक रात नूं इसे तरह ही वो अद्धी रात नूं जदों 12 बजे तो बाद पूर्णमासी वाली रात दा प्रारंभ हुंदा है 1:15 बजे के करीब विद्वानां ने लिखिया भी सतगुरु गुरु नानक देव महाराज का जन्म हुंदा है अंदर बड़े फुल्लां दी वर्खा हुंदी है भाई संतोख सिंह जी लिखते ने जिवें कोई अतर छिड़क रहा है चंदन दियां खुशबूआं आ रही ने और दाई दौलतां और नेड़े सतगुर दे परिवार दी दासी तुलसा बैठी हुई है दाई दौलतां ने सतगुरां दा जदों जन्म करा के बच्चे नूं हत्थ विच फड़िया ना क्योंकि वो देखदियां ने चेक करदियां ने बच्चे नूं तां नूं उछालदियां ने जदों देखिया ते गुरु नानक साहब उहदे अल वेख के मुस्कुरा पे वो बड़ी हैरान हुई भी जेड़ा भी बच्चा जन्म लैंदा है वो रोंदा है ये बालक नहीं रोया की कारण है 4 बत्तियां वाला दीवा उस कमरे में जग रहा सी चौमुखिया दीवा उन्होंने कहते ओदा चानण ओदा प्रकाश भी घट गया ते जदों गुरु नानक साहब महाराज का जन्म होया इन्ना ज्यादा कमरा रोशनी दे नाल चमक उठिया इन्नियां चेहरे तो सतगुरु दे किरणां उठियां दाई दौलतां हैरान रह गई ओदा सारा शरीर सुन्न हो गया ते ओदे लू कंडे खड़े हो गए भी बच्चे ते रोंदे ने बच्चा रोया नहीं हस्या है बच्चे नूं फड़ के माता तृप्ता दी नाल लम्मे पाया ते दाई दौलतां बाहर निकली है बाहर मਹਿਤਾ कल्याण चंद दे भरा शरीका भाईचारा सारा बैठा होया है पटवारी जी नूं आवाज मार के कहा पटवारी जी वधाई होवे तुहाडे घर पुत्र ने जन्म लिया है ते मਹਿਤਾ कल्याण चंद पटवारी जी ने छेती नाल थाल फड़िया सोने दियां मोहरां नाल भरिया होया ते दाई दौलतां दे नेड़े कर दिता दाई दौलतां ने वो मोहरां दे थाल वाल नहीं तकिया मਹਿਤਾ कल्याण चंद दी बांह फड़ के कहंदे दौलतां जे मोहरां थोड़ियां ने ते मैं एक थाल होर भर के दे देना
पर दाई दौलतां दियां ते अखां विचों अथरू वह रहे सन, हंझू वग रहे सन। की होया दौलतां? औ वेख रूह दियां पंडां भी भरियां ने, औ कणक दियां बोरियां भी भरियां ने। जेड़ी जेड़ी वस्तु तू कही है ना, वो तेरे वास्ते पहले ही तैयार करके रखी हुई है। पर दाई दौलतां दी अखां विचों हंझू वह रहे ने। कहंदी है महिता कल्याण चंद, जेड़ा बालक तेरे घर विच पैदा होया है ना, वो कोई आम बालक नहीं। मैं इन्हां हत्थां नाल इन्ने बच्चियां दे जन्म कराए ने, इन्नी प्रसूता कराई है, अज तक कोई भी बच्चा मां दे गर्भ विचों निकल के हसिया नहीं। ये मैनू वेख के हसिया है। इन्ना चानण इन्ना प्रकाश इस बालक दा होया है। महिता कल्याण चंद, सोने दियां मोहरां की, ये कणकां की, ये रूह की, इहदी तकनी ने मेरे जन्म जंदियां भुखां ही मटा के रख दित्तियां। मैनू कोई इच्छा ही नहीं रह गई किसी पदार्थ की। हुण मेरे अंदरों इच्छा ही खत्म हो गई है। ऐसा वो अगम्मी बालक तेरे घर विच पैदा होया है। पहली दृष्टि सतगुर दी दाई दौलतां ते पई सी, ते ब्रह्म ज्ञान दी दात पहली दृष्टि नाल ही दौलतां दी झोली विच पा दित्ती। रहिंदा जीवन दौलतां ने फिर किसी बच्चे का जन्म नहीं कराया। दौलतां कहन लगी, ये शरीर ये हथ जन्म गुरु नानक साहब का कराया, इन्ने पवित्र हो चुके ने। अज तो बाद किसी का मल मूत्र नहीं चुकना, किसी की प्रसूता नहीं कराउणी इन्हां हत्थां ने। ते सारा जीवन दाई दौलतां दा परमात्मा दा नाम जपदियां बतीत होया। इन्नी वड्डी किरपा गुरु नानक साहब ने जदों जन्म होया उन्हां दा दाई दौलतां ते कीती है। ते हौली हौली बचपन तो उम्र शरीर बदल गया। 4-4.5 साल दे होए ते पांदे गोपाल पे पढ़न भेजिया। उन्हां नूं भी उपदेश दे के आए। मुल्ला कुतुबदीन कोल भेजिया, उन्हां नूं भी उपदेश दे के आए। फारसी पढ़न वास्ते गए सी। ऐसे बेअंत कौतुक उन्हां ने ननकाणा साहब की धरती ते, जिन्हों राय भोई दी तलवंडी किया जाता, उत्थे कीते ने। एक दिन सतगुरु गुरु नानक देव जी महाराज कमरे दे अंदर लम्मे पए होए ने, ते माता तृप्ता बाहर प्रशादा बना रही सी, ते दासी तुलसा ना अंदर कमरे च झाड़ू ला रही सी। झाड़ू लाउंदियां लाउंदियां जदों गुरु नानक साहब दे सतगुरां दी उदों उम्र केवल ही 8-9 साल दी सी। जदों महाराज दे कोमल जे चरण तुलसा दासी ने वेखे ना, ते मन में ख्याल आ गया भी मैं इन्हां चरनां नूं चुम लवां। गुरु नानक साहब दा सज्जा अंगूठा मूँह च पा के ते चुंगण लग पई। ते बाहर माता तृप्ता आवाज मारदी है, तुलसा नानक नूं उठा के बाहर भेज, उन्होंने कह प्रसादा छक ला। ते तुलसा दे कपाट खुल गए ने। तुलसा कहती नानक ते किसी का बेड़ा तारन गया, ते इत्थे है ही नहीं। जदों माता तृप्ता ने अंदर आके वेख्या, कहती तुलसा आ वेख नानक लम्मे पिया है। ते गुरु नानक साहब नूं बांह तो फड़ के हिला के कहती माता तृप्ता बेटा, तुलसा ते कह रही है कि तू किसी का डुबदा बेड़ा तार रहा है। महाराज कह लगे ते झल्ली इनू की पता। बख्शिशां दा झल तुलसा दासी की झोली विच पा दिता है।
और एक दिन मासी लखो सतगुरु गुरु नानक देव महाराज की मासी जी सन और वो आए ते गुरु नानक साहब दी गल्लां सुनिया भी जिहड़ी चीज वस्त हुंदी घरों लिजा के बाहर दे आउंदे लोड़वंदां नूं वंड दिंदे। कह लगी त्रिपता तेरा मुंडा ते झल्ला ही है, कमला ही है, घर दीयां चीजां भी कोई बाहर दे के आई दियां। नाल उहदा पुत्र सी राम थम्मण। सतगुरु गुरु नानक देव महाराज कहंदे जे मासी मैं झल्ला तो तेरे वाला भी झल्ला ही है। ऐसा झल राम थम्मण दी झोली विच पाया है, अज तक दुनिया बाबे राम थम्मण नूं पूजदी है। कसूर विच बड़ा वड्डा उन्हां दा स्थान है ते बड़ा भारी उत्थे विसाखी दा मेला बाबा राम थम्मण दी याद विच लगदा। इन्नियां बख्शिशां इन्नियां किरपा सतगुरु गुरु नानक देव महाराज ने कीतियां ने संसार ते। केवल गुरु नानक साहिब ही ने जिन्हां दे नाम नाल जगत गुरु लगदा है। क्योंकि लाउण नूं ते आपां कई वारी वेखदे कई होर महापुरखां दे गुरु साहिबानां दे नाम नाल ला दिता जांदा है, पर इहदा एक कारण हुंदा है भी जगत गुरु क्यों कहा जाता है। हर एक गल पिछे रीजन काम करता है। गुरु नानक साहब दुनिया के ऐसे पहले रहबर होए ने जिन्हां ने हजारां मील पैदल तुर के दुनिया नूं धर्म दा उपदेश दिता है। और सब तो वड्डी गल यह है भी जिथे भी वो गए उन्होंने नहीं जाके आख्या भी मेरे सिख बन जाओ, उठ के जपजी साहब पढ़िया करो ना। जे महाराज मुसलमाना कोल गए मक्के गए ते महाराज ने आख्या भाई अपने धर्म विच पक्के रवो, मुसलमान मोम दिल होवे, अंतर की मल दिल ते धोवे। जे हजूर हरद्वार गए उन्होंने उन्होंने धर्म तो उपदेश दिता है। जिथे जिथे भी जिन्नियां धर्मां दे अनुयायियां कोल जिन्ने धर्म स्थानां ते गुरु नानक साहब महाराज गए उन्हां दे धर्म दे विचों ही उन्हां नूं उपदेश उन्होंने बख्शिश कीता है। और नाम जपो किरत करो वंड छको दा उपदेश उन्होंने दिता है। भाई गुरदास जी उन्होंने अपनियां वारां विच बड़ियां वड्डियां बख्शिशां लिखियां ने। सतगुरु गुरु नानक देव महाराज दा मक्के विच जाना लिखदे ने। मक्का मुसलमानां दा बड़ा मुकद्दस स्थान है। जिवें सिख लई हरमंदर साहिब है तो उन्हां वास्ते मक्का है। अजकल मक्के ते हज करन मुसलमान जाते ने, उन्होंने अंदर प्रवेश कर लग्या सफेद वस्त्र पहनाए जाते, उदों नीले वस्त्र पाए जाते सी जदों अंदर हज करन वास्ते हाजी लोग जाते सन। सतगुरां ने बाणी विच भी बख्शिश की ने, नील वस्त्र ने कपड़े पहरे तुर्क पठानी अमल किया। भाई गुरदास जी ने भी लिखे हुण जदों गुरु नानक साहब गए सी ना, उस समय हिजरत करने वास्ते कुरान शरीफ की सौं चुकनी पैंदी सी। पहला बाहर उन्होंने काजी बिठाए सी, कुरान ते हथ रख के कसम लई जांदी सी कि तुसी तुहाडा अकीदा तुहाडा विश्वास शरधा मुहम्मद साहब विच है तां हज करना आए हो। गुरु नानक देव महाराज जी ने ना अपना जिहड़ा नील वस्त्र पहनिया होया सी ਉਹਦੇ ਤੇ ਆਇਤਾਂ लिख ਦਿੱਤੀਆਂ, ਆਇਤਾਂ कुरान शरीफ ਦੀਆਂ। ਹੁਣ ਜਦੋਂ ਅੰਦਰ ਜਾਣ ਲੱਗੇ ਤੇ ਉਹਨਾਂ ਨੇ ਵੇਖਿਆ ਵੀ ਇੰਨਾ ਪ੍ਰੇਮ ਕੁਰਾਨ ਸ਼ਰੀਫ ਦਾ ਇਸ ਫਕੀਰ ਦੇ ਨਾਲ ਹੈ, ਇੰਨਾ ਅਕੀਦਾ ਹੈ ਜਿਹਨੇ ਆਪਣੇ ਵਸਤਰਾਂ ਤੇ ਹੀ ਆਇਤਾਂ ਲਿਖੀਆਂ ਹੋਈਆਂ ਨੇ, ਇਹਨੂੰ ਸਹੁੰ ਨਹੀਂ ਚੁਕਾਉਣੀ, ਇਹਨੂੰ ਜਾਣ ਦੇ।
भाई गुरदास जी ने लिखिया, वड्डा सांग वरताया मक्के अंदर कला दिखाई। अंदर चले गए, मस्जिद में जाके सतगुर पै गए। अमृत वेला होया ते जीवन काजी हाजियां नूं उठाउण आया। महाराज दे चरण उन्हां दे काबे वल सन। जदों वेख्या भी काबे वल चरण ने, पहलां ते उन्हें लत मारी गुरु नानक साहब दे। काफर भी किया कि तू साडे काबे वल पैर करके सुता होया, तैनूं पता नहीं। महाराज कहंदे जिधर काबा नहीं हैगा उधर मेरे चरण कर दिओ। भाई गुरदास जी लिखते ने, टंगों पकड़ घड़ीसिया। जदों लत तो फड़ के महाराज नूं घड़ीसदा है, जिधर नूं लैके जांदा उधर नूं काबा चले जांदा है। ते अज भी गुरु नानक साहब दी खड़ावां उत्थे पईआं ने। भाई गुरदास जी लिखते ने, धरी निशानी कौस दी मक्के अंदर पूज कराई। अज भी गुरु नानक साहब दी खड़ावां दी पूजा हिंदी पीर दे नाम नाल उन्हां नूं मक्के दी धरती ते जाणिया गया। बेअंत नाम ने जिथे जिथे गुरु नानक साहब महाराज ने जाके संसार दे लोकां ताईं सत धर्म नाम दा उपदेश दिता है। अज भी दुनिया जिवें तिब्बत दे अंदर नानक लामा, चीन दे अंदर गुरु रिंपो चौरिया, इराक दे अंदर गुरु एरंडी, अज भी कई तरह के नाम उन्हां देशां दे विच लैके गुरु नानक साहब नूं याद किया जाता है। ताइयों भाई गुरदास जी ने कहा, बाबे तारे चार चक, नौ खंड पृथ्वी सच्चा ढोआ, गुरमुख कल विच प्रगट होआ। इन्नी वड्डी किरपा बख्शिश गुरु नानक साहब संसार दे अंदर वरता के गए ने। असीं उन्हां दा 552वां प्रकाश दिहाड़ा, इत्थे भी नानक नाम लेवा सिख संगतां देश विदेश दी धरती ते बड़ी चढ़दी कला दे नाल मनाया जा रहा है। महापुरखों वालों भी उद्यम उपराला किया गया है। गुरमत समागम दे विच सतगुरु गुरु नानक देव महाराज का प्रकाश दिहाड़ा, और कल नूं अमृत संचार होना है। तख्त श्री केसगढ़ साहब तो सत्कारयोग पंज प्यारे साहबानां दा जथा आवेगा। उन्होंने अमृत बिलाखियां नूं अमृत दी दात बख्शिश करनी, जो कलगीधर गुरु गोबिंद सिंह महाराज सानू बख्शिश करके गए ने। मन बनाओ पीओ पौल खंड धार होए जन्म सुहेला, खंडे बाटे दी पौल लैके आपां जीवन सफल बनाइए। ये जिहड़ा सारा प्रोग्राम है गुरकिरपा टीवी, यूट्यूब और फेसबुक चैनल मिस्टर सिंह प्रोडक्शन, यूट्यूब और फेसबुक चैनल उन्हां ते लाइव चल रहा है। अगे पिछे भी शीश महल साहब के सारे प्रोग्राम जिहड़े है तुसीं इन्हां चैनलों तो महापुरखां दा दीवान वो भी सरवण कर सकते हो। सो बहुत बहुत धन्यवाद है महापुरखां दा सत्कारयोग संत बाबा कुलजीत सिंह जी मुख सेवादार गुरुद्वारा शीश महल साहब, माता अमृत कौर जी, बाबा अमरजीत सिंह जी और पंथ की सत्कार हस्ती इंटरनेशनल गोल्ड मैडलिस्ट ढाडी जथे ने, और बड़ी वड्डी संस्था इन्होंने पूरे आल वर्ल्ड में ही चलाई हुई है। पंजाब तो बाहर भारत के कई शहरों में और बाहर अमरीका, कनेडा, आस्ट्रेलिया, उतों तक भाई नत्था जी अब्दुल्ला जी ढाडी सभा बना के, पहला ढाडी सभा बनदियां हुंदियां सी, वो केवल ढाडियां नूं ही अपने विच रखदे सी। पर बड़ी विलक्षण सभा है जिहदे विच रागी, ग्रंथी, पाठी, कवीशर सारे इन्होंने इकट्ठे कर लए। सारिਆਂ ਨੂੰ कोई प्लेटफार्म ਗਿਆਨੀ ਮਲਕੀਤ ਸਿੰਘ जी पपराली होरां ने दिता है। कौमी मीत प्रधान दीयां सेवावां ये निभा रहे ने। सतगुर इन्हां नूं भी चढ़दी कला बख्शिश करन। महापुरखां दे नाल लंबे समय तो अथाह प्रेम है। स्टेज की सेवा हर समागम ते आके निभाउंदे ने।
ਤੇ ਇਹਨਾਂ ਦੀ ਸਭਾ ਨੂੰ ਵੀ ਸਤਿਗੁਰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰਨ, ਜੋ ਪ੍ਰਚਾਰਕਾਂ ਦੀ, ਕੌਮ ਦੇ ਹੀਰਿਆਂ ਦੀ ਵੱਧ ਤੋਂ ਵੱਧ ਸੇਵਾ ਕਰ ਸਕਣ ਔਰ ਚੜ੍ਹਦੀ ਕਲਾ ਦੇ ਨਾਲ ਸੇਵਾ ਕਰ ਸਕਣ। ਦਾਸ ਨੇ ਅੱਗੇ ਜਾਣਾ, ਇਸ ਕਰਕੇ ਅੱਜ ਸਾਰੀ ਸੰਗਤ ਕੋ ਦਾਸ ਮਾਫੀ ਚਾਹੁੰਦਾ ਹੈ। ਅੱਜ ਦੋ ਦੀਵਾਨਾਂ ਦੀ ਹਾਜ਼ਰੀ ਜੋ ਮਹਾਂਪੁਰਖਾਂ ਨੇ ਬਖਸ਼ਿਸ਼ ਕੀਤੀ ਸੀ, ਸੋ ਆਪ ਜੀ ਦੇ ਚਰਨਾਂ 'ਚ ਭਰੀ ਹੈ। ਸਤਿਗੁਰ ਕਿਰਪਾ ਕਰਨ। ਬੇਅੰਤ ਇਤਿਹਾਸ ਹੈ ਗੁਰੂ ਨਾਨਕ ਸਾਹਿਬ ਦਾ, ਕਹਿਣੇ ਕਥਨੇ ਤੋਂ ਬਾਹਰ ਹੈ। ਜਿੰਨੀਆਂ ਕੁ ਵਿਚਾਰਾਂ ਦਾਸ ਨੇ ਆਪ ਜੀ ਦੇ ਸਾਹਮਣੇ ਰੱਖੀਆਂ, ਸਤਿਗੁਰ ਕਿਰਪਾ ਕਰਨ, ਪ੍ਰਵਾਨ ਕਰਨ, ਹੋਈਆਂ ਭੁੱਲਾਂ ਦੀ ਮੁਆਫੀ ਸਤਿਗੁਰੂ ਔਰ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਸਾਰੇ ਦਿਲ ਦੀ ਗਹਿਰਾਈ ਵਿੱਚੋਂ ਅਸੀਸ ਦੇਣਾ, ਦੇਹੋ ਸੱਜਣ ਅਸੀਸੜੀਆਂ, ਜੇ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।